आपको क्या लगता है ये आंदोलन कितना लंबा चलेगा और आप यहाँ पे कितने दिन रहेंगे? ਸਰ ਲੰਬਾ ਚੱਲਣ ਨੂੰ ਤਾਂ ਬੇਸ਼ੱਕ ਸਰਕਾਰ 2 ਸਾਲ ਚਲਾ ਲੇ। ਜਿਹੜੇ ਸਾਡੇ ਭੈਣ ਭਰਾ ਸਾਡੇ ਜਾਂ ਭੈਣਾਂ ਜੋ ਸਾਡੇ ਇੱਥੇ ਬਜ਼ੁਰਗ ਆਏ ਨੇ ਨਾ, ਇਹ ਜਿੱਤ ਕੇ ਜਾਊਗੇ। ਇਦਾਂ ਤਾਂ ਜਾਂਦੇ ਨਹੀਂ ਹੁਣ। ਮੋਦੀ ਸਾਹਿਬ ਸੋਚ ਰਿਹਾ ਕਿ ਇਹ ਕੌਮ ਖਰੇ ਡਰਨ ਵਾਲੀ ਆ। ਸਾਡੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਇਹ ਕੌਮ ਸਜਾਈ ਗਈ ਆ, ਹਾਰਨ ਲਈ ਨਹੀਂ ਇਹ ਬਣੇ, ਇਹ ਜਿੱਤਣ ਲਈ ਹੀ ਕੌਮ ਬਣੀ ਆ। ਮੰਨ ਲਓ ਮੈਂ ਆਪਣਾ ਬੁਟੀਕ ਚਲਾ ਰਹੀ ਆ ਤੇ ਉਹ ਮੇਰਾ ਡਿਸਾਈਡ ਆ ਕਿ ਮੈਂ ਸੂਟ ਦੀ ਸਵਾਈ ਕਿੰਨੀ ਲੈਣੀ ਆ, ਤੇ ਕੀ ਇੱਕ ਕਿਸਾਨ ਆਪਣੀ ਫਸਲ ਬੀਜ ਰਿਹਾ ਆਪਣੇ ਖੇਤ ਵਿੱਚ ਤੇ ਉਹ ਤੈਅ ਨਹੀਂ ਕਰ ਸਕਦਾ ਕਿ ਮੈਂ ਇਹਦਾ ਮੁੱਲ ਕਿੰਨਾ ਲਾਉਂਗਾ, ਕਿ ਉਹ ਮੋਦੀ ਸਰਕਾਰ ਕਰੂਗੀ। ਹਰ ਪਿੰਡ ਤੋਂ ਵਿੱਚੋਂ 10% ਹਜੇ ਮੇਰੇ ਖਿਆਲ ਨਾਲ ਲੋਕ ਪਹੁੰਚੇ ਆ, ਤੇ ਬਾਕੀ ਇਹ ਆ ਕਿ ਜੇ ਪਿੰਡਾਂ ਦੇ ਪਿੰਡ ਆ ਗਏ ਇੱਥੇ ਤੇ ਫਿਰ ਤੁਸੀਂ ਦੇਖ ਲਓ ਕਿ ਕੀ ਬਣ ਸਕਦਾ ਇੱਥੇ। ਹਜੇ ਤਾਂ ਹਰ ਪਿੰਡ ਚੋਂ 10% ਹੀ ਸਿੱਖ ਪਹੁੰਚੇ ਨੇ, ਇੱਥੇ ਕਿਸਾਨ ਪਹੁੰਚੇ ਨੇ ਆਪਣਾ ਹੱਕ ਲੈਣ ਵਾਸਤੇ। आप ये जो लंगर खिला रहे हैं तो ये घर से आदत पड़ी हुई है या ऐसे यहाँ पे आके आदत पड़ गई इतने लोगों के लिए भोजन बनाना खाना खिलाना? ਨਹੀਂ ਸਰ, ਸਾਨੂੰ ਤਾਂ ਸ਼ੁਰੂ ਤੋਂ ਆਦਤ ਆ, ਗੁਰਦੁਆਰੇ ਜਾਂਦੇ ਆ, ਸਾਡੇ ਗੁਰਦੁਆਰੇ ਲੰਗਰ ਬਣਦਾ ਆ। ਸਾਡੇ ਪੇਰੈਂਟਸ ਨੇ ਸਿਖਾਇਆ ਹੋਇਆ, ਸਾਨੂੰ ਨਾਲ ਲੈ ਕੇ ਜਾਂਦੇ ਆ। ਇਹ ਸੇਵਾ ਬਖਸ਼ੀ ਆ ਸਾਨੂੰ ਪਰਮਾਤਮਾ ਵੱਲੋਂ, ਤੇ ਅਸੀਂ ਇੱਥੇ ਆ ਕੇ ਵੀ ਕਰ ਰਹੇ ਆ, ਨਿਭਾ ਰਹੇ ਆ। आप अदरवाइज क्या करते हैं वहाँ पे अपने गांव में? सर मैं सरपंच हूँ अपने गांव की। अच्छा, आप सरपंच हैं और कौन से गांव की? ਮੇਰਾ ਜਲੰਧਰ ਦੇ ਲਾਗੇ ਪਿੰਡ ਆ ਜੀ, ਡੱਲਾ ਸਾਹਿਬ ਗੁਰਦੁਆਰਾ। ਛੇਵੇਂ ਪਾਤਸ਼ਾਹ ਸਾਡੇ ਕੋਲ ਪਿੰਡ ਆਏ ਸੀ, ਔਰ ਮੈਂ ਬੁਟੀਕ ਚਲਾ ਰਹੀ, 2 ਸੈਣੀ ਬੁਟੀਕ ਆ ਮੇਰਾ ਭੋਗपुर ਦੇ अंदर। और क्या नाम है आपका? हरदीप कौर। तो हरदीप जी, जब आप सरपंच हैं, जो लीडर होता है तो काम करता नहीं है तो करवाता है, किसी को भी बोल देता है, सब लोग करने लग जाते हैं। ਨਹੀਂ ਸਰ, ਇੱਦਾਂ ਦੀ ਤਾਂ ਕੋਈ ਗੱਲ ਨਹੀਂ। ਅਸੀਂ ਮੋਦੀ ਸਾਹਿਬ ਤੇ ਹੈ ਨਹੀਂ ਨਾ, ਅਸੀਂ ਤਾਂ ਆਪਣੇ ਸਰਪੰਚ ਬਣੇ ਆ, ਆਪਣੇ ਪਿੰਡ ਦੇ ਦੁਆਰਾ ਬਣਾਏ ਗਏ ਆ। ਅਸੀਂ ਉਹਨਾਂ ਨੇ ਸਾਡੇ ਕੋਲ ਕੰਮ ਲੈਣਾ ਆ, ਤੇ ਅਸੀਂ ਜੇ ਉਹਨਾਂ ਉਸ ਪਿੰਡ ਨੂੰ ਆਪ ਕੰਮ ਕਰਕੇ ਨਹੀਂ ਦਵਾਂਗੇ ਤੇ ਫਿਰ ਸਾਡਾ ਸਰਪੰਚ ਬਣੇ ਦਾ ਤੇ ਕੋਈ ਅਹੁਦੇ ਦਾ ਕੋਈ ਫਾਇਦਾ ਹੀ ਨਹੀਂ ਹੈਗਾ। यानी कि अगर आप सरपंच बने हैं, लीडर हैं, तो आपकी जिम्मेदारी है कि आप अपने नागरिकों को, जो आपके साथ काम करते हैं, जिन्होंने आपको लीडर बनाया है, उनके लिए काम करके देना, ये जिम्मेदारी है। मतलब बड़ी बात कही है। अगर आप जिम्मेदारी को समझते हैं तो ही बेहतर चीज़ें हो सकती हैं। अभी जो स्थितियां बनी हुई हैं तो आपको क्या लगता है ये आंदोलन कितना लंबा चलेगा और आप यहाँ पे कितने दिन रहेंगे? ਸਰ ਲੰਬਾ ਚੱਲਣ ਨੂੰ ਤਾਂ ਬੇਸ਼ੱਕ ਸਰਕਾਰ 2 ਸਾਲ ਚਲਾ ਲੇ। ਜਿਹੜੇ ਸਾਡੇ ਭੈਣ ਭਰਾ ਸਾਡੇ ਜਾਂ ਭੈਣਾਂ ਜੋ ਸਾਡੇ ਇੱਥੇ ਬਜ਼ੁਰਗ ਆਏ ਨੇ ਨਾ, ਇਹ ਜਿੱਤ ਕੇ ਜਾਊਗੇ। ਇਦਾਂ ਤਾਂ ਜਾਂਦੇ ਨਹੀਂ ਹੁਣ। ਤੇ ਮੋਦੀ ਸਾਹਿਬ ਸੋਚ ਰਿਹਾ ਕਿ ਇਹ ਕੌਮ ਖਰੇ ਡਰਨ ਵਾਲੀ ਆ। ਸਾਡੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਇਹ ਕੌਮ ਸਜਾਈ ਗਈ ਆ, ਹਾਰਨ ਲਈ ਨਹੀਂ ਇਹ ਬਣੇ, ਇਹ ਜਿੱਤਣ ਲਈ ਹੀ ਕੌਮ ਬਣੀ ਆ, ਤੇ ਜਿੱਤ ਕੇ ਹੀ ਜਾਊਗੇ ਇੱਥੋਂ। ਬੇਸ਼ੱਕ ਇੱਥੇ 2 ਸਾਲ ਲੱਗਣ, ਚਾਹੇ ਜਿੰਨਾ ਮਰਜ਼ੀ ਟਾਈਮ ਲੱਗੇ। जीत के ही जाना है, हारने वाली कौम नहीं है, हारेंगे नहीं, अपना हक लेके जाएंगे। अच्छा, एक चीज़ और बताइए हरदीप जी, आप सरपंच भी हैं। जब सरकार ये कह रही है कि जो ये कानून बना है कि इसमें हम वो संशोधन करने को तैयार हैं, लिखित में आश्वासन देने को तैयार है एमएसपी पे, तो जब लिखित में एक सरकार आश्वासन दे रही है तो क्या सरकार में जो सरकार के आश्वासन की कोई कीमत नहीं है, कोई वैल्यू नहीं है? ਸਰ ਕੋਈ ਵੈਲਿਊ ਨਹੀਂ ਉਹਨਾਂ ਦੀ। ਜ਼ਿਮੀਂਦਾਰਾਂ ਦੇ ਕਈ ਜ਼ਿਮੀਂਦਾਰ ਇੱਥੇ ਇਦਾਂ ਦੇ ਵੀ ਆਏ ਹੋਏ ਨੇ ਜਿਨ੍ਹਾਂ ਕੋਲ 2-4 ਮਰਲੇ ਜ਼ਮੀਨ ਦੇ ਨੇ, ਤੇ ਬਹੁਤ ਮੁਸ਼ਕਲ ਘਰ ਦਾ ਗੁਜ਼ਾਰਾ ਚੱਲਦਾ। ਕਈ ਤਾਂ ਚਲੋ ਕਿੱਲਿਆਂ ਦੇ ਮਾਲਕ ਵੀ ਨੇ, ਤੇ ਇਹ ਉਹ ਆਪਣੀ ਚੀਜ਼ ਦੇ ਆਪ ਹੀ ਹੱਕਦਾਰ ਨਹੀਂ ਆ। ਖੇਤੀ ਉਹ ਕਰਨਗੇ, ਮੁੱਲ ਉਹਨਾਂ ਦਾ ਸਰਕਾਰ ਪਾਊਗੀ। ਇਹ ਕਿੱਥੋਂ ਜਾਇਜ਼ ਆ? ਇੱਕ ਨਾਰਮਲ ਇਨਸਾਨ ਕੋਈ ਕੰਪਨੀ ਚਲਾਉਂਦਾ ਆਪਣੀ, ਮੰਨ ਲਓ ਮੈਂ ਆਪਣਾ ਬੁਟੀਕ ਚਲਾ ਰਹੀ ਆ ਤੇ ਉਹ ਮੇਰਾ ਡਿਸਾਈਡ ਆ ਕਿ ਮੈਂ ਸੂਟ ਦੀ ਸਵਾਈ ਕਿੰਨੀ ਲੈਣੀ ਆ, ਤੇ ਕੀ ਇੱਕ ਕਿਸਾਨ ਆਪਣੀ ਫਸਲ ਬੀਜ ਰਿਹਾ ਆਪਣੇ ਖੇਤ ਵਿੱਚ ਤੇ ਉਹ ਤੈਅ ਨਹੀਂ ਕਰ ਸਕਦਾ ਕਿ ਮੈਂ ਇਹਦਾ ਮੁੱਲ ਕਿੰਨਾ ਲਾਉਂਗਾ, ਕਿ ਉਹ ਮੋਦੀ ਸਰਕਾਰ ਕਰੂਗੀ। तो बट अभी भी तो जो आप एमएसपी मांग रहे हैं, मिनिमम सपोर्ट प्राइस की गारंटी, तो वो भी तो आप कह रहे हैं कि सरकार तय करे। ਸਰ ਸਰਕਾਰ ਮੌਕਾ ਤਾਂ ਦੇ ਨਾ, ਇੱਕ ਜਿਹੜੇ ਕਿਸਾਨ ਇੱਥੇ ਆਏ ਉਹਨਾਂ ਨਾਲ ਗੱਲ ਕਰੇ, ਉਹਨਾਂ ਨੂੰ ਮੌਕਾ ਤਾਂ ਦੇ, ਬਹਿ ਕੇ ਕੋਈ ਮਸਲਾ ਹੱਲ ਹੋ ਸਕਦਾ। ਉਹ ਤਾਂ ਲੁੱਕ ਕੇ ਬੈਠਾ ਹੋਇਆ ਸਰ, ਸਾਹਮਣੇ नहीं आ रहा। नहीं, लुक के कहाँ बैठा? वो वाराणसी में गए थे, वहाँ पे सर किसानों को संबोधित किया। कच्छ में, गुजरात में गए थे, वहाँ गए थे। अभी अभी मध्य प्रदेश के ਕਰੇ ਨਾ ਸਰ, ਪੰਜਾਬ ਦਿਆਂ ਨੂੰ ਕਰੇ ਆ ਕੇ ਇੱਕ ਵਾਰੀ, ਫੇਰ ਦੱਸਣਗੇ ਕਿਸਾਨ ਉਹਨੂੰ ਕਿ ਮਸਲਾ ਕਿੱਦਾਂ ਹੱਲ ਹੁੰਦਾ ਆ। जी, तो आप देखें ना कि ये बात सारी निकल के आ रही है बार बार कि जो किसान जहां आके बैठे हुए हैं, आंदोलन कर रहे हैं, वहां लोग आके बात नहीं कर रहे हैं, बट लेकिन दूसरे वाराणसी, मध्य प्रदेश और
आगे और कितने सारे किसान बनाए जाएंगे, कितने लोगों को संबोधित किया जाएगा, लेकिन जो अपनी समस्या रखे हुए हैं, उठा रहे हैं, आंदोलन पे बैठे हुए हैं, धरने पे बैठे हुए हैं, इस 5 डिग्री टेम्परेचर और आने वाले समय में टेम्परेचर कम ही होना है, बढ़ना नहीं है, लेकिन इनकी भी जो हिम्मत है इन ये भी कम नहीं हो रही। ये भी कह रहे हैं कि हमारी हिम्मत पूरी है और हम डटे हुए हैं, चाहे 2 साल लग जाए तब तक ही हम बैठे रहेंगे। अब आपके पीछे जो आपका घर है वो कौन संभाल रहा है? ਸਰ ਮੇਰੇ ਮਦਰ ਇਨ ਲੋ ਆ ਘਰ, ਮੇਰੇ ਗ੍ਰੈਂਡਫਾਦਰ ਇਨ ਲੋ, ਗ੍ਰੈਂਡ ਮਦਰ ਇਨ ਲੋ, ਔਰ ਬਾਕੀ ਤੇ ਹਰ ਪਿੰਡ ਤੋਂ ਵਿੱਚੋਂ 10% ਹਜੇ ਮੇਰੇ ਖਿਆਲ ਨਾਲ ਲੋਕ ਪਹੁੰਚੇ ਆ। ਤੇ ਬਾਕੀ ਇਹ ਆ ਕਿ ਜੇ ਪਿੰਡਾਂ ਦੇ ਪਿੰਡ ਆ ਗਏ ਇੱਥੇ ਤੇ ਫਿਰ ਤੁਸੀਂ ਦੇਖ ਲਓ ਕਿ ਕੀ ਬਣ ਸਕਦਾ ਇੱਥੇ। ਹਜੇ ਤਾਂ ਹਰ ਪਿੰਡ ਚੋਂ 10% ਹੀ ਸਿੱਖ ਪਹੁੰਚੇ ਨੇ ਇੱਥੇ, ਕਿਸਾਨ ਪਹੁੰਚੇ ਨੇ ਆਪਣਾ ਹੱਕ ਲੈਣ ਵਾਸਤੇ। ਇੱਥੋਂ ਤੱਕ ਕਿ ਸਾਡੇ ਤਾਂ ਬੱਚੇ ਵੀ ਕਹਿ ਰਹੇ ਸੀ ਕੱਲ ਉਹਨਾਂ ਦੇ ਪੇਪਰ ਆ, ਅਸੀਂ ਲੈ ਕੇ ਨਹੀਂ ਆ ਸਕੇ, ਸਾਨੂੰ ਨਾਲ ਲੈ ਕੇ ਜਾਓ ਉੱਥੇ। जी, सिर्फ 10% लोग आए हुए हैं यहाँ पे अभी तक गाँवों से, तब हम देख रहे हैं कि क्या सिचुएशन बन चुकी है। और दूसरा, जो लोग यहाँ पे आ जाते हैं तो उनका पीछे से ख्याल रखने के लिए, जैसे अभी पीछे हमने एक इंटरव्यू किया, वो कह रहे थे कि जो और सब पड़ोसी लोग हैं वो उनके गांव का, उनके जानवरों का, उनके खेतों का ख्याल रख रहे हैं, फिर वापस ये जाएंगे तो वो वापस यहाँ आ जाएंगे। तो इस तरह से एक आपसी सहयोग के साथ में, आपसी मित्रता के साथ में, आपसी भाईचारे के साथ में ये आंदोलन को चलाया जा रहा है। किसी भी तरह का ये आंदोलन कहीं से भी अगर आप आएँ और आगे 5-6 किलोमीटर तक मैं गया हूँ, कहीं उग्रता, कोई कहीं किसी तरह की रोष नहीं दिखाई पड़ता। हाँ, सरकार के प्रति जरूर रोष दिखाई पड़ता है और सरकार को इसमें जल्दी से जल्दी समाधान निकालने की आवश्यकता है, क्योंकि अगर आप अभी सर्दियों में इसका समाधान निकालेंगे तो मैं समझता हूँ कि ये आपका बड़प्पन होगा। नहीं, आने वाले समय पे मौसम तो और बेहतर होने जा रहा है, हो जाएगा, तो उस केस में तो ये और आराम से लंबा बैठने के लिए बिल्कुल ही कोई समस्याएं नहीं होगी। तो मैं समझता हूँ कि आप लोगों की जो आवाज़ है सरकार जल्दी सुनेगी और उसका हल निकलेगा। धन्यवाद, नमस्ते।